ਸਭ ਤੋਂ ਪਹਿਲਾਂ ਮੈਂ ਐਲੋਹੀਮ ਪਰਮੇਸ਼ਵਰ ਨੂੰ ਧੰਨਵਾਦ ਦਿੰਦਾ ਹਾਂ ਕਿ ਉਹਨਾਂ ਨੇ ਸਾਨੂੰ ਪਤੀਲੀ ਰੋਟੀ ਦਾ ਪਰਬ ਮਨਾਉਣ ਦੀ ਇਜਾਜ਼ਤ ਦਿੱਤੀ। ਅੱਜ ਆਓ ਅਸੀਂ ਸਦੀਪਕ ਜੀਵਨ ਲਈ ਲਾਲਸਾ ਉਪਦੇਸ਼ ਸਿਰਲੇਖ ਨਾਲ ਮਿਲ ਕੇ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰੀਏ। ਅੱਜ ਪਤੀਲੀ ਰੋਟੀ ਦਾ ਪਰਬ ਹੈ। ਇਹ ਮਸੀਹ ਦੇ ਦੁੱਖ ਨੂੰ ਯਾਦ ਕਰਵਾਉਂਦਾ ਹੈ। ਜਦੋਂ ਅਸੀਂ ਮਸੀਹ ਨੂੰ ਦੇਖਦੇ ਹਾਂ ਜਿਨ੍ਹਾਂ ਨੇ ਸਾਡੇ ਪਾਪੀਆਂ ਲਈ ਸਲੀਬ ਦਾ ਬੋਝ ਚੁੱਕਿਆ, ਤਾਂ ਇਹ ਇੱਕ ਬਹੁਤ ਹੀ ਦੁਖਦਾਈ ਪਰਬ ਹੈ। ਮਸੀਹ ਆਪਣੇ ਦੁੱਖਾਂ ਰਾਹੀਂ ਸਾਨੂੰ ਕੀ ਸਿਖਾਉਣਾ ਚਾਹੁੰਦੇ ਸੀ? ਪਰਮੇਸ਼ਵਰ ਸਾਨੂੰ ਆਪਣੀ ਸਲੀਬ ਚੁੱਕ ਕੇ ਪਿੱਛੇ ਚੱਲਣ ਲਈ ਕਿਉਂ ਕਹਿੰਦੇ ਹਨ? ਜਿਵੇਂ ਕਿ ਅੱਜ ਦੇ ਉਪਦੇਸ਼ ਦੇ ਸਿਰਲੇਖ ਵਿੱਚ ਦਿਖਾਇਆ ਗਿਆ ਹੈ, ਪਰਮੇਸ਼ਵਰ ਕੋਲ ਇੱਕ ਸਾਨੂੰ ਸਦੀਪਕ ਕਾਲ ਦੀ ਲਾਲਸਾ ਕਰਨ ਦਾ ਦਿਲ ਪ੍ਰਦਾਨ ਕਰਨ ਦੀ ਡੂੰਘੀ ਇੱਛਾ ਹੈ। ਇਸ ਪਤੀਲੀ ਰੋਟੀ ਦੇ ਪਰਬ ਦੁਆਰਾ ਸਾਨੂੰ ਪਰਮੇਸ਼ਵਰ ਦੀ ਇੱਛਾ ਨੂੰ ਸਮਝਣਾ ਚਾਹੀਦਾ ਹੈ। ਨਾਸਤਿਕ ਇਹ ਕਹਿੰਦੇ ਹੋਏ ਪਰਮੇਸ਼ਵਰ ਦੀ ਮੌਜੂਦਗੀ ਤੋਂ ਇਨਕਾਰ ਕਰਦੇ ਹਨ, ਜੇ ਪਰਮੇਸ਼ਵਰ ਪਿਆਰ ਹੈ ਤਾਂ ਇਸ ਧਰਤੀ ਤੇ ਅਪਾਹਜ ਕਿਉਂ ਮੌਜੂਦ ਹਨ? ਜਾਂ ਜੇਕਰ ਪਰਮੇਸ਼ਵਰ ਨਿਆਣੀ ਪਰਮੇਸ਼ਵਰ ਹਨ ਤਾਂ ਇਸ ਧਰਤੀ ਉੱਤੇ ਕੁਤਰਮੀ ਲੋਕ ਕਿਉਂ ਮੌਜੂਦ ਹਨ? ਜਾਂ ਜੇ ਪਰਮੇਸ਼ਵਰ ਸਰਬਸ਼ਕਤੀਮਾਨ ਹੈ ਤਾਂ ਇਸ ਧਰਤੀ ਉੱਤੇ ਇੰਨੀਆਂ ਤਬਾਹੀਆਂ ਕਿਉਂ ਹਨ? ਉਹ ਅਜਿਹੇ ਸਵਾਲ ਪੁੱਛਦੇ ਹਨ। ਦਰਅਸਲ ਇਸ ਧਰਤੀ ਤੇ ਕਈ ਤਰ੍ਹਾਂ ਦੀਆਂ ਮੰਦਭਾਗੀਆਂ ਅਤੇ ਅਨਿਆਂਪੂਰਨ ਘਟਨਾਵਾਂ ਵਾਪਰਦੀਆਂ ਹਨ। ਇਹ ਸਹੀ ਲੱਗ ਸਕਦਾ ਹੈ ਕਿਉਂਕਿ ਉਹ ਮੰਨਦੇ ਹਨ ਕਿ ਇਸ ਧਰਤੀ ਉੱਤੇ ਜੀਵਨ ਸਭ ਕੁਝ ਹੈ। ਹਾਲਾਂਕਿ ਸਾਨੂੰ ਇਹ ਸੋਚਣ ਦੀ ਲੋੜ ਹੈ, ਜੇ ਇਸ ਦੁਨੀਆ ਵਿੱਚ ਜੀਵਨ ਖਤਮ ਹੋਣ ਤੋਂ ਬਾਅਦ ਅਸੀਂ ਦੁਬਾਰਾ ਜਿਉਂਦੇ ਹਾਂ ਤਾਂ ਇਹ ਕਿਹੋ ਜਿਹਾ ਹੋਵੇਗਾ? ਜੇ ਅਪਾਹਜਤਾ ਕਾਰਨ ਦੁੱਖ ਸਦੀਪਕ ਦੁਨੀਆ ਦੀ ਆਸ ਵੱਲ ਲੈ ਜਾਂਦਾ ਹੈ ਤਾਂ ਇਹ ਇੰਨੀ ਬੁਰੀ ਗੱਲ ਨਹੀਂ ਹੋਵੇਗੀ। ਇਸੇ ਤਰ੍ਹਾਂ ਜੇਕਰ ਕੁਤਰਮੀ ਲੋਕਾਂ ਦੇ ਕਾਰਨ ਦੁੱਖ ਇੱਕ ਅਜਿਹੇ ਵਿਸ਼ਵਾਸ ਵੱਲ ਲੈ ਜਾਂਦਾ ਹੈ ਜੋ ਸਦੀਪਕ ਦੁਨੀਆ ਦੀ ਲਾਲਸਾ ਕਰਦਾ ਹੈ, ਤਾਂ ਇਹ ਅਜਿਹੀ ਚੀਜ਼ ਹੈ ਜਿਸ ਨੂੰ ਸਾਨੂੰ ਚੱਲਣਾ ਚਾਹੀਦਾ ਹੈ। ਇਸ ਧਰਤੀ ਤੇ ਥੋੜੇ ਚਿਰ ਦੇ ਪਲਾਂ ਲਈ ਜਿਉਣ ਵਾਲਿਆਂ ਅਤੇ ਇਸ ਤੋਂ ਬਾਅਦ ਜੀਵਨ ਦੀ ਆਸ ਰੱਖਣ ਵਾਲਿਆਂ ਵਿਚਕਾਰ ਫਰਕ ਹੈ। ਜੇ ਕੋਈ ਅਜਿਹਾ ਵਿਅਕਤੀ ਹੁੰਦਾ ਜੋ ਆਸਾਨੀ ਨਾਲ ਸਫਲ ਹੋ ਜਾਂਦਾ ਹੈ ਅਤੇ ਸਭ ਕੁਝ ਉਸ ਦੀ ਇੱਛਾ ਅਨੁਸਾਰ ਹੁੰਦਾ ਹੈ, ਤਾਂ ਉਹ ਸਦੀਪਕ ਦੁਨੀਆ ਉੱਤੇ ਵਿਚਾਰ ਨਹੀਂ ਕਰੇਗਾ। ਫਿਰ ਉਹ ਕਿੰਨਾ ਮੰਦਭਾਗਾ ਹੋਵੇਗਾ। ਇਹ ਮਾਇਨੇ ਰੱਖਦਾ ਹੈ ਕਿ ਕੀ ਇਸ ਧਰਤੀ ਤੇ ਜੀਵਨ ਖਤਮ ਹੋ ਜਾਂਦਾ ਹੈ ਜਾਂ ਇਸ ਧਰਤੀ ਤੇ ਸਾਡੇ ਜੀਵਨ ਤੋਂ ਬਾਅਦ ਕੋਈ ਹੋਰ ਜੀਵਨ ਹੈ। ਜੇ ਇਸ ਤੋਂ ਬਾਅਦ ਕੋਈ ਜੀਵਨ ਹੈ ਤਾਂ ਅੱਜ ਅਸੀਂ ਜਿਨ੍ਹਾਂ ਮੁਸ਼ਕਿਲਾਂ, ਦੁੱਖਾਂ ਤੇ ਕਸ਼ਟਾਂ ਦਾ ਸਾਹਮਣਾ ਕਰਦੇ ਹਾਂ, ਉਹ ਇੱਕ ਪੁਨਰ ਜੀਵਨ ਦੇ ਰੂਪ ਵਿੱਚ ਕੰਮ ਕਰਨਗੇ। ਧਨੀ ਮਨੁੱਖ ਅਤੇ ਲਾਜ਼ਰ ਦੇ ਦ੍ਰਿਸ਼ਟਾਂਤ ਵਿੱਚ ਧਨੀ ਮਨੁੱਖ ਦੀ ਮੌਤ ਤੋਂ ਬਾਅਦ ਉਹ ਉਸ ਦੁਨੀਆ ਵਿੱਚ ਗਿਆ ਜਿਸ ਬਾਰੇ ਪਰਮੇਸ਼ਵਰ ਨੇ ਇਸ ਧਰਤੀ ਉੱਤੇ ਗੱਲ ਕੀਤੀ ਸੀ। ਜਦੋਂ ਧਨੀ ਮਨੁੱਖ ਇਸ ਧਰਤੀ ਤੇ ਰਹਿ ਰਿਹਾ ਸੀ ਤਾਂ ਉਸ ਨੂੰ ਸਦੀਪਕ ਦੁਨੀਆ ਲਈ ਆਸ ਰੱਖਣ ਦੀ ਕੋਈ ਲੋੜ ਮਹਿਸੂਸ ਨਹੀਂ ਹੋਈ। ਇਸ ਤਰ੍ਹਾਂ ਉਸਨੇ ਕਦੇ ਵੀ ਸਵਰਗ ਦੇ ਰਾਜ, ਸਦੀਪਕ ਜੀਵਨ ਜਾਂ ਮੁਕਤੀ ਦੀ ਲਾਲਸਾ ਨਹੀਂ ਕੀਤੀ। ਉਸ ਲਈ ਸਭ ਕੁਝ ਚੰਗਾ ਰਿਹਾ ਅਤੇ ਉਸ ਦੀਆਂ ਸਾਰੀਆਂ ਯੋਜਨਾਵਾਂ ਸਫਲ ਹੋ ਗਈਆਂ। ਪਰ ਕੀ ਅਜਿਹਾ ਵਿਅਕਤੀ ਸੱਚ-ਮੁੱਚ ਖੁਸ਼ ਹੈ? ਜਦੋਂ ਅਸੀਂ ਸਦੀਪਕ ਦੁਨੀਆ ਬਾਰੇ ਸੋਚਦੇ ਹਾਂ ਤਾਂ ਉਹ ਸਭ ਤੋਂ ਵੱਧ ਬਦਕਿਸਮਤ ਹੈ। ਲਗਭਗ 2000 ਸਾਲ ਪਹਿਲਾਂ ਪਹਿਲੇ ਚਰਚ ਦੇ ਸੰਤਾਂ ਨੂੰ ਸਿਰਫ ਇਸ ਲਈ ਕਿਉਂਕਿ ਉਹ ਯਿਸੂ ਉੱਤੇ ਵਿਸ਼ਵਾਸ ਕਰਦੇ ਸੀ ਕਿੰਨਾ ਦੁੱਖ ਝੱਲਣਾ ਪਿਆ। ਭਾਵੇਂ ਉਹਨਾਂ ਕੋਲ ਇਸ ਧਰਤੀ ਤੇ ਕੁਝ ਵੀ ਨਹੀਂ ਸੀ ਅਤੇ ਉਹਨਾਂ ਨਾਲ ਖੜੇ ਹੋਣ ਵਾਲਾ ਕੋਈ ਨਹੀਂ ਸੀ, ਪਰ ਉਹ ਸ਼ਾਂਤੀ ਵਿੱਚ ਸੀ।
ਦੁੱਖਾਂ ਵਿਚਕਾਰ ਵੀ ਉਹ ਖੁਸ਼ੀ ਨਾਲ ਭਰੇ ਹੋਏ ਸੀ। ਫਿਲਮ ਕਿਉਵਾਦੀਸ ਵਿੱਚ ਜਦੋਂ ਸਾਰੇ ਈਸਾਈਆਂ ਨੂੰ ਰੋਮਨ ਅਖਾੜੇ ਵਿੱਚ ਸੁੱਟ ਦਿੱਤਾ ਗਿਆ ਅਤੇ ਉਹ ਸ਼ੇਰਾਂ ਦਾ ਭੋਜਨ ਬਣ ਗਏ, ਤਾਂ ਇੱਕ ਵੀ ਵਿਅਕਤੀ ਦਾ ਚਿਹਰਾ ਦਰਦ ਵਿੱਚ ਨਹੀਂ ਸੀ। ਉਹਨਾਂ ਸਾਰਿਆਂ ਨੇ ਸ਼ਾਂਤੀ ਅਤੇ ਖੁਸ਼ੀ ਨਾਲ ਅਗਲੀ ਦੁਨੀਆ ਵਿੱਚ ਪ੍ਰਵੇਸ਼ ਕੀਤਾ। ਅਜਿਹਾ ਇਸ ਲਈ ਸੀ ਕਿਉਂਕਿ ਸਦੀਪਕ ਦੁਨੀਆ ਉਹਨਾਂ ਦੀ ਉਡੀਕ ਕਰ ਰਹੀ ਸੀ। ਸਾਡੇ ਨਾਲ ਵੀ ਅਜਿਹਾ ਹੀ ਹੈ। ਜਿਹੜੇ ਲੋਕ ਇਸ ਧਰਤੀ ਤੇ ਵਾਰ-ਵਾਰ ਬੁੜਬੁੜਾਉਂਦੇ ਜਾਂ ਸ਼ਿਕਾਇਤ ਕਰਦੇ ਹਨ, ਉਹਨਾਂ ਵਿੱਚ ਸਦੀਪਕ ਕਾਲ ਦੀ ਲਾਲਸਾ ਦੀ ਕਮੀ ਹੁੰਦੀ ਹੈ। 3500 ਸਾਲ ਪਹਿਲਾਂ ਮੂਸਾ ਦੇ ਸਮੇਂ ਵਿੱਚ ਇਸਰਾਇਲੀ ਜੰਗਲ ਵਿੱਚ ਇੰਨਾ ਕਿਉਂ ਬੁੜਬੁੜਾਏ? ਉਹਨਾਂ ਵਿੱਚ ਸਦੀਪਕ ਜੀਵਨ ਦੀ ਲਾਲਸਾ ਨਹੀਂ ਸੀ। ਜੇ ਉਹ ਇੱਕ ਗਰਮ ਘਰ ਵਿੱਚ ਹੁੰਦੇ ਅਤੇ ਉਹਨਾਂ ਕੋਲ ਸਭ ਕੁਝ ਹੁੰਦਾ, ਤਾਂ ਉਹ ਇਸ ਤੋਂ ਸੰਤੁਸ਼ਟ ਹੋ ਜਾਂਦੇ ਅਤੇ ਸਿਰਫ ਇਸ ਧਰਤੀ ਤੇ ਕਿਸੇ ਵੀ ਮੁਸ਼ਕਿਲ ਤੋਂ ਮੁਕਤ ਜੀਵਨ ਦੀ ਕਾਮਨਾ ਕਰਦੇ। ਹਾਲਾਂਕਿ ਪਰਮੇਸ਼ਵਰ ਇਸ ਧਰਤੀ ਤੇ ਬਹੁਤ ਸਾਰੇ ਲੋਕਾਂ ਨੂੰ ਕਮੀਆਂ ਤੇ ਰੁਕਾਵਟਾਂ ਦਿੰਦੇ ਹਨ ਅਤੇ ਕਈ ਵਾਰ ਉਹਨਾਂ ਚੀਜ਼ਾਂ ਨੂੰ ਹੋਣ ਦਿੰਦੇ ਹਨ ਜੋ ਸਾਨੂੰ ਪਸੰਦ ਨਹੀਂ ਹਨ। ਉਹਨਾਂ ਚੀਜ਼ਾਂ ਰਾਹੀਂ ਪਰਮੇਸ਼ਵਰ ਸਾਨੂੰ ਸਦੀਪਕ ਕਾਲ ਦੀ ਲਾਲਸਾ ਕਰਨ ਦਾ ਮੌਕਾ ਦਿੰਦੇ ਹਨ। ਇਸ ਧਰਤੀ ਤੇ ਜੀਵਨ ਤੋਂ ਬਾਅਦ ਉਹ ਫਿਰ ਸਵਰਗ ਵਿੱਚ ਅਪਾਹਜ ਨਹੀਂ ਹੋਣਗੇ। ਸਵਰਗ ਦੇ ਰਾਜ ਵਿੱਚ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਕੀ ਇਹੀ ਕਾਰਨ ਨਹੀਂ ਹੈ ਕਿ ਸਾਡੇ ਕੋਲ ਆਸ ਹੈ? ਜਿਨ੍ਹਾਂ ਕੋਲ ਆਸ ਹੈ ਉਹ ਸਮਝ ਸਕਦੇ ਹਨ ਕਿ ਪਰਮੇਸ਼ਵਰ ਨੇ ਸਾਨੂੰ ਇਹ ਦੁੱਖ ਕਿਉਂ ਦਿੱਤੇ। ਪਹਿਲੇ ਚਰਚ ਦੇ ਸੰਤ ਅਖਾੜੇ ਵਿੱਚ ਮਨੁੱਖੀ ਮੋਮਬੱਤੀਆਂ ਅਤੇ ਸ਼ੇਰਾਂ ਦਾ ਭੋਜਨ ਬਣ ਗਏ। ਸਰੀਰਕ ਦ੍ਰਿਸ਼ਟੀ ਤੋਂ ਇਹ ਬਹੁਤ ਵੱਡਾ ਦਰਦ ਸੀ। ਜੀਵਨ ਜਾਂ ਮੌਤ ਦੇ ਸੰਕਟ ਅਤੇ ਅਸਥਿਰ ਜੀਵਨ ਦੇ ਬਾਵਜੂਦ ਉਹਨਾਂ ਨੇ ਬਿਲਕੁਲ ਵੀ ਸ਼ਿਕਾਇਤ ਨਹੀਂ ਕੀਤੀ। ਅਜਿਹਾ ਇਸ ਲਈ ਸੀ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਸੀ ਕਿ ਇਸ ਧਰਤੀ ਉੱਤੇ ਜੀਵਨ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਸਦੀਪਕ ਦੁਨੀਆ ਦਿੱਤੀ ਜਾਵੇਗੀ। ਅੱਜ ਸਾਨੂੰ ਵੀ ਉਹਨਾਂ ਲੋਕਾਂ ਦੇ ਰੂਪ ਵਿੱਚ ਜੋ ਮਸੀਹ ਦੇ ਜੀਵਨ ਦਾ ਪਾਲਣ ਕਰਨਾ ਚਾਹੁੰਦੇ ਹਨ ਅਤੇ ਸਲੀਬ ਨੂੰ ਚੁੱਕਣਾ ਚਾਹੁੰਦੇ ਹਨ, ਸਦੀਪਕ ਕਾਲ ਦੀ ਲਾਲਸਾ ਕਰਨੀ ਚਾਹੀਦੀ ਹੈ। ਪਰਮੇਸ਼ਵਰ ਸਾਨੂੰ ਦੁੱਖ ਝੱਲਦੇ ਹੋਏ ਸਿਰਫ ਇਸ ਲਈ ਨਹੀਂ ਦੇਖਦੇ ਕਿਉਂਕਿ ਉਹਨਾਂ ਕੋਲ ਸ਼ਕਤੀ ਦੀ ਕਮੀ ਹੈ। ਇਸ ਦੀ ਬਜਾਏ ਉਹ ਉਹਨਾਂ ਮੁਸ਼ਕਿਲਾਂ ਰਾਹੀਂ ਸਾਨੂੰ ਆਸ਼ੀਸ਼ਾਂ ਦੇਣ ਦਾ ਇਰਾਦਾ ਰੱਖਦੇ ਹਨ। ਜੇ ਇਸ ਧਰਤੀ ਤੇ ਸਭ ਕੁਝ ਸੁਚਾਰੂ ਰੂਪ ਨਾਲ ਚੱਲੇ ਅਸੀਂ ਸਦੀਪਕ ਕਾਲ ਦੀ ਆਸ ਰੱਖਣ ਵਿੱਚ ਅਸਫਲ ਰਹੇ, ਤਾਂ ਕੀ ਉਹ ਜੀਵਨ ਜਿਸ ਦਾ ਅੰਤ ਮੌਤ ਨਾਲ ਹੁੰਦਾ ਹੈ, ਇੱਕ ਆਸ਼ੀਸ਼ਿਤ ਜੀਵਨ ਮੰਨਿਆ ਜਾਵੇਗਾ? ਇਹ ਕਦੇ ਨਹੀਂ ਹੋਵੇਗਾ। ਉਹ ਸਭ ਤੋਂ ਬਦਕਿਸਮਤ ਵਿਅਕਤੀ ਹੋਵੇਗਾ। ਦਰਦ ਅਤੇ ਦੁੱਖ ਹੋਣਾ ਚਾਹੀਦਾ ਹੈ। ਸਾਰੇ ਲੋਕੋ, ਕਿਰਪਾ ਕਰਕੇ ਇਸ ਬਾਰੇ ਸੋਚੋ, ਸਾਡੀ ਪ੍ਰਾਰਥਨਾ ਸਭ ਤੋਂ ਵੱਧ ਇਮਾਨਦਾਰ ਕਦੋਂ ਹੁੰਦੀ ਹੈ? ਕੀ ਸਭ ਕੁਝ ਠੀਕ ਹੋਣ ਤੇ ਇਮਾਨਦਾਰੀ ਨਾਲ ਪ੍ਰਾਰਥਨਾਵਾਂ ਕੀਤੀਆਂ ਜਾਂਦੀਆਂ ਹਨ? ਨਹੀਂ, ਉਹ ਧੰਨਵਾਦ ਤੋਂ ਬਾਹਰ ਹੋ ਜਾਂਦੀਆਂ ਹਨ। ਹਾਲਾਂਕਿ ਜਦੋਂ ਸਾਡੇ ਕੋਲ ਕਿਸੇ ਚੀਜ਼ ਦੀ ਕਮੀ ਹੁੰਦੀ ਹੈ ਜਾਂ ਅਸੀਂ ਦਰਦ ਨਾਲ ਦੁਖੀ ਹੁੰਦੇ ਹਾਂ, ਤਾਂ ਅਸੀਂ ਇਮਾਨਦਾਰੀ ਨਾਲ ਪ੍ਰਾਰਥਨਾ ਕਰਦੇ ਹਾਂ। ਇਸ ਲਈ ਜਦੋਂ ਪਰਮੇਸ਼ਵਰ ਸਾਨੂੰ ਆਪਣੀ ਸਲੀਬ ਚੁੱਕ ਕੇ ਉਹਨਾਂ ਦੇ ਪਿੱਛੇ ਹੋਣ ਲਈ ਕਹਿੰਦੇ ਹਨ, ਤਾਂ ਉਹਨਾਂ ਦਾ ਮਤਲਬ ਸਾਨੂੰ ਦੁਖੀ ਕਰਨਾ ਨਹੀਂ ਹੁੰਦਾ। ਇਸ ਦੀ ਬਜਾਏ ਉਹ ਸਦੀਪਕ ਕਾਲ ਦੀ ਸਾਡੀ ਲਾਲਸਾ ਨੂੰ ਵਧਾਉਣ ਅਤੇ ਸਾਨੂੰ ਆਸ਼ੀਸ਼ ਦੇਣ ਵਿੱਚ ਸਾਡੀ ਮਦਦ ਕਰਨਾ ਚਾਹੁੰਦੇ ਹਨ। ਆਓ ਅੱਜ ਅਸੀਂ ਬਾਈਬਲ ਰਾਹੀਂ ਇਸ ਬਾਰੇ ਅਧਿਐਨ ਕਰੀਏ। ਆਓ ਅਸੀਂ ਉਪਦੇਸ਼ਕ ਦੀ ਪੋਥੀ ਅਧਿਆਇ 3 ਵਚਨ 9 ਉੱਤੇ ਨਜ਼ਰ ਪਾਈਏ। ਕੰਮ ਕਰਨ ਵਾਲੇ ਨੂੰ ਉਸ ਤੋਂ ਜਿਹਦੇ ਉੱਤੇ ਉਹ ਮਿਹਨਤ ਕਰਦਾ ਹੈ ਕੀ ਲਾਭ ਹੈ? ਮੈਂ ਪਰਮੇਸ਼ਵਰ ਨੇ ਕੀ ਦਿੱਤਾ ਹੈ? ਇੱਥੋਂ ਤੱਕ ਕਿ ਜਦੋਂ ਅਸੀਂ ਲੇਟੇ ਰਹਿੰਦੇ ਹਾਂ ਤਾਂ ਵੀ ਪਰਮੇਸ਼ਵਰ ਪੱਕਿਆ ਹੋਇਆ ਪਰਸਿਮੋਨ ਫਲ ਸਾਡੇ ਮੂੰਹ ਵਿੱਚ ਪਾ ਸਕਦੇ ਹਨ। ਪਰਮੇਸ਼ਵਰ ਸਰਬਸ਼ਕਤੀਮਾਨ ਹਨ। ਪਰ ਪਰਮੇਸ਼ਵਰ ਨੇ ਮਨੁੱਖ ਜਾਤੀ ਉੱਤੇ ਕੀ ਠਹਿਰਾਇਆ ਹੈ?
ਉਹਨਾਂ ਨੇ ਸਾਡੇ ਲਈ ਦੁੱਖ ਭਰੇ ਕੰਮ ਠਹਿਰਾਏ ਹਨ। 노고를 주셨다고 했습니다. ਇਹ ਸਾਨੂੰ ਦੁੱਖ ਭਰੇ ਕੰਮ ਦੁਆਰਾ ਮੁਸ਼ਕਿਲਾਂ ਦਾ ਅਹਿਸਾਸ ਕਰਵਾਉਣ ਲਈ ਹੈ। 과정 속에 그 힘듦과 ਮੈਂ ਉਸ ਕਸ਼ਟ ਨੂੰ ਡਿੱਠਾ ਜੋ ਪਰਮੇਸ਼ੁਰ ਨੇ ਆਦਮ ਵੰਸ਼ ਨੂੰ ਦਿੱਤਾ ਪਈ ਉਸ ਦੇ ਵਿੱਚ ਰੁੱਝੇ ਰਹਿਣ। 예수께 하신 ਵਚਨ 것을 11 내가 11절입니다. ਉਸਨੇ ਹਰੇਕ ਵਸਤ ਆਪੋ ਆਪਣੇ ਸਮੇਂ ਵਿੱਚ ਸੁੰਦਰ ਬਣਾਈ ਹੈ ਅਤੇ ਉਸਨੇ ਕੀ ਟਿਕਾ ਦਿੱਤਾ? 또 사람에게 ਸਦੀਪ ਕਾਲ ਨੂੰ ਵੀ ਉਹਨਾਂ ਦੇ ਮਨ ਵਿੱਚ ਟਿਕਾ ਦਿੱਤਾ ਹੈ। 영원을 사모하는 마음을 ਤਾਂ ਵੀ ਇਨਸਾਨ ਉਸ ਕੰਮ ਨੂੰ ਜੋ ਪਰਮੇਸ਼ੁਰ ਆਦਿ ਤੋਂ ਲੈ ਕੇ ਅੰਤ ਤੋੜੀ ਕਰਦਾ ਹੈ ਬੁੱਝ ਨਹੀਂ ਸਕਦਾ। 사람으로 청량할 수 없게 하셨도다고 했습니다. ਦੁੱਖਾਂ ਦੁਆਰਾ ਉਹ ਚਾਹੁੰਦੇ ਹਨ ਕਿ ਸਾਡੇ ਦਿਲਾਂ ਵਿੱਚ ਸਦੀਪਕ ਕਾਲ ਦੀ ਲਾਲਸਾ ਵਧੇ। 크게 가질 수 있도록 ਜੇਕਰ ਸ਼ੁਰੂਆਤੀ ਚਰਚ ਨੂੰ ਕੈਥੋਲਿਕ ਚਰਚ ਵਾਂਗ ਸਮਰਾਜ ਤੋਂ ਸਮਰਥਨ ਪ੍ਰਾਪਤ ਹੁੰਦਾ ਤਾਂ ਕੀ ਉਹਨਾਂ ਦਾ ਵਿਸ਼ਵਾਸ ਮਸੀਹ ਦੀ ਖੁਸ਼ਬੂ ਦੇ ਪਾਉਂਦਾ? 초대교회 그 신앙이 향기를 토해낼 수 ਬਿਲਕੁਲ ਨਹੀਂ। 있습니까? 전혀 그렇지 ਜਦੋਂ ਅਸੀਂ ਉਹਨਾਂ ਆਸ਼ੀਸ਼ਾਂ ਬਾਰੇ ਸੋਚਦੇ ਹਾਂ ਜੋ ਪਰਮੇਸ਼ਵਰ ਸਾਨੂੰ ਆਉਣ ਵਾਲੀ ਦੁਨੀਆ ਵਿੱਚ ਦੇਣਗੇ ਤਾਂ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਧਰਤੀ ਉੱਤੇ ਸਾਡਾ ਜੀਵਨ ਥਕਾ ਦੇਣ ਵਾਲਾ ਨਹੀਂ ਹੈ ਅਤੇ ਸਾਡੀਆਂ ਮੁਸ਼ਕਿਲਾਂ ਦਾ ਨਤੀਜਾ ਪਰਮੇਸ਼ਵਰ ਦੀਆਂ ਆਸ਼ੀਸ਼ਾਂ ਨੂੰ ਪ੍ਰਾਪਤ ਨਾ ਕਰਨਾ ਨਹੀਂ ਹੈ। 하나님께 축복을 받지 못해서 내가 이렇게 힘겹고 어려운 일이 아니었구나. 그런 모든 사실들을 ਪਰਮੇਸ਼ਵਰ ਨੇ ਮਨੁੱਖਾਂ ਲਈ ਕੀ ਠਹਿਰਾਇਆ ਹੈ? ਉਹਨਾਂ ਨੇ ਸਾਡੇ ਲਈ ਦੁੱਖ ਭਰੇ ਕੰਮ ਠਹਿਰਾਏ ਹਨ। 노고를 주셨다고 했습니다. ਕੀ ਪਰਮੇਸ਼ਵਰ ਅਜਿਹੀ ਦੁਨੀਆ ਨਹੀਂ ਬਣਾ ਸਕਦੇ ਸੀ ਜਿੱਥੇ ਸਾਨੂੰ ਇਸ ਧਰਤੀ ਉੱਤੇ ਸਖਤ ਮਿਹਨਤ ਕੀਤੇ ਬਿਨਾਂ ਭਰਪੂਰ ਖਾਣਾ ਮਿਲ ਸਕੇ? 하나님께서 그런 여건 이 지구상에 못 만들어 내시겠습니까? ਦਰਅਸਲ ਉਹ ਕਰ ਸਕਦੇ ਸੀ। ਫਿਰ ਪਰਮੇਸ਼ਵਰ ਨੇ ਮਨੁੱਖ ਜਾਤੀ ਲਈ ਦੁੱਖ ਭਰੇ ਕੰਮ ਕਿਉਂ ਠਹਿਰਾਏ? 노고를 주셨는지. 고린도후서 4 ਆਓ ਅਸੀਂ 2 ਕੁਰਿੰਥੀਆਨ ਅਧਿਆਇ 4 ਵਚਨ 16 ਤੇ ਜਾਈਏ। ਅਧਿਆਇ 4 ਵਚਨ 16 ਇਸ ਕਾਰਨ ਅਸੀਂ ਹੌਸਲਾ ਨਹੀਂ ਹਾਰਦੇ ਸਗੋਂ ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ ਹੁੰਦੀ ਜਾਂਦੀ ਹੈ ਪਰ ਅੰਦਰਲੀ ਇਨਸਾਨੀਅਤ ਦਿਨੋਂ ਦਿਨ ਨਵੀਂ ਹੁੰਦੀ ਜਾਂਦੀ ਹੈ। ਕਿਉਂ ਜੋ ਸਾਡਾ ਹੌਲਾ ਜਿਹਾ ਕਸ਼ਟ ਜਿਹੜਾ ਛਿਨ ਭਰਦਾ ਹੀ ਹੈ ਭਾਰੀ ਸਗੋਂ ਅਤ ਭਾਰੀ ਅਤੇ ਉਹ ਕੀ ਕਰ ਰਹੇ ਹਨ? ਸਦੀਪਕ ਵਡਿਆਈ ਨੂੰ ਸਾਡੇ ਲਈ ਤਿਆਰ ਕਰਦਾ ਹੈ। ਸਦੀਪਕ ਦੁਨੀਆ ਦੀਆਂ ਚੀਜ਼ਾਂ ਨੂੰ ਪ੍ਰਾਪਤ ਕਰਨ ਲਈ ਸਾਨੂੰ ਕੀ ਦਿੱਤਾ ਜਾਵੇਗਾ? 어떤 것이 주어진다고 했습니까? ਪਲ ਪਲ ਮੁਸੀਬਤਾਂ ਅਤੇ ਸਲੀਬ ਦਾ ਦੁੱਖ ਸਾਨੂੰ ਦਿੱਤਾ ਜਾਏਗਾ। 십자가와 같은 이런 제 아픔이 주어지는 것이라고 했습니다. ਦੁਨੀਆ ਦੇ ਲੋਕ ਪੁੱਛਦੇ ਹਨ, ਤੁਸੀਂ ਪਰਮੇਸ਼ਵਰ ਤੇ ਵਿਸ਼ਵਾਸ ਕਰਦੇ ਹੋ ਪਰ ਤੁਸੀਂ ਇੰਨੀਆਂ ਮੁਸ਼ਕਿਲਾਂ ਦਾ ਅਨੁਭਵ ਕਿਉਂ ਕਰਦੇ ਹੋ? 일만 그렇게 당합니까? 하나님 믿으면 ਕੀ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਨ ਦੇ ਨਤੀਜੇ ਵਿੱਚ ਹਰ ਰੋਜ਼ ਭਰਮਾਰ ਆਸ਼ੀਸ਼ਾਂ ਨਹੀਂ ਹੋਣੀਆਂ ਚਾਹੀਦੀਆਂ? 바라보는 축복의 ਉਹ 관점, ਸੋਚਦੇ ਹਨ ਕਿ ਇਸ ਛੋਟੇ ਜਿਹੇ ਜੀਵਨ ਵਿੱਚ ਆਸ਼ੀਸ਼ਾਂ ਪੂਰੀਆਂ ਹੁੰਦੀਆਂ ਹਨ। 그 결과물이 나오는 것을 축복이라고 봅니다. ਹਾਲਾਂਕਿ ਅਸੀਂ ਇਸ ਧਰਤੀ ਤੋਂ ਪਰੇ ਦੁਨੀਆ ਵਿੱਚ ਪਰਮੇਸ਼ਵਰ ਤੋਂ ਪ੍ਰਾਪਤ ਹੋਣ ਵਾਲੀਆਂ ਸਦੀਪਕ ਆਸ਼ੀਸ਼ਾਂ ਦੀ ਲਾਲਸਾ ਕਰਦੇ ਹਾਂ। 세계에서 하나님께로부터 받게 될 그 영원한 축복을 더 원하고 있는 것입니다. ਜੇ ਇਹ ਦੁਨੀਆ ਮੌਜੂਦ ਨਹੀਂ ਹੁੰਦੀ ਤਾਂ ਈਸਾਈਆਂ ਕੋਲ ਨਾਸਤਿਕਾਂ ਦੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਹੁੰਦਾ। ਜੇਕਰ ਪਰਮੇਸ਼ਵਰ ਸਰਬਸ਼ਕਤੀਮਾਨ ਹਨ ਤਾਂ ਇੰਨੀਆਂ ਸਾਰੀਆਂ ਤਬਾਹੀਆਂ ਕਿਉਂ ਹਨ? 이런 질문에 기독교인들이 할 말이 없을 것입니다. ਹਾਲਾਂਕਿ ਇਸ ਤੋਂ ਬਾਅਦ ਵੀ ਇੱਕ ਜੀਵਨ ਹੈ। ਇਸ ਧਰਤੀ ਉੱਤੇ ਸਾਡੇ ਅਸਥਾਈ ਦੁੱਖ ਅਤੇ ਪੀੜਾ ਦੁਆਰਾ ਪਰਮੇਸ਼ਵਰ ਸਾਡੇ ਦਿਲ ਅਤੇ ਵਿਸ਼ਵਾਸ ਵਿੱਚ ਸਦੀਪਕ ਕਾਲ ਦਾ ਗਿਆਨ ਪੈਦਾ ਕਰਦੇ ਹਨ। 이와 같은 마음을 주시고 믿음을 주셨다고 했습니다. ਅਜਿਹਾ ਇਸ ਲਈ ਹੈ ਕਿਉਂਕਿ ਉਸ ਦੁਨੀਆ ਦੀਆਂ ਚੀਜ਼ਾਂ ਸਦੀਪਕ ਹਨ ਜਦਕਿ ਇਸ ਧਰਤੀ ਦੀਆਂ ਚੀਜ਼ਾਂ ਅਸਥਾਈ ਹਨ। 잠깐 있다 없어지는 것입니다. 하나님께서 잠깐의 어떤 달콤한 ਪਰਮੇਸ਼ਵਰ ਸਾਨੂੰ ਅਸਥਾਈ ਸੁੱਖ ਨਹੀਂ ਪਰ ਸਦੀਪਕ ਚੀਜ਼ਾਂ ਦੇਣਾ ਚਾਹੁੰਦੇ ਹਨ। 영원한 것을 우리에게 허락하시기를. ਇਸ ਲਈ ਜੇ ਅਸੀਂ ਪਰਮੇਸ਼ਵਰ ਦਾ ਪਾਲਣ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਪਰਮੇਸ਼ਵਰ ਸਾਨੂੰ ਆਪਣੀ ਸਲੀਬ ਚੁੱਕ ਕੇ ਉਹਨਾਂ ਦੇ ਪਿੱਛੇ ਹੋ ਜਾਣ ਲਈ ਕਹਿੰਦੇ ਹਨ। ਸਾਨੂੰ ਦੁੱਖ ਲਈ ਤਿਆਰ ਰਹਿਣਾ ਚਾਹੀਦਾ ਹੈ। ਉਹ ਸਾਨੂੰ ਇਸ ਧਰਤੀ ਉੱਤੇ ਦੁੱਖਾਂ ਦੀ ਸਲੀਬ ਚੁੱਕਣ ਲਈ ਕਹਿੰਦੇ ਹਨ। ਕੀ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਸਦੀਪਕ ਦੁਨੀਆ ਵਿੱਚ ਸਵਰਗੀ ਇਨਾਮ ਪ੍ਰਾਪਤ ਕਰਾਂਗੇ? ਦੂਜੇ ਸ਼ਬਦਾਂ ਵਿੱਚ ਈਸਾਈ ਧਰਮ ਇਸ ਧਰਤੀ ਦੇ ਅੰਤ ਤੋਂ ਬਾਅਦ ਆਉਣ ਵਾਲੀ ਦੁਨੀਆ ਦੀਆਂ ਆਸ਼ੀਸ਼ਾਂ ਉੱਤੇ ਵਿਸ਼ਵਾਸ ਕਰਦਾ ਹੈ। 복으로 믿는 이와 같은 종교가 바로 기독교라고 이렇게 보시면 되겠습니다. ਕਿਉਂਕਿ ਲੋਕ ਇਹ ਨਹੀਂ ਜਾਣਦੇ ਇਸ ਲਈ ਉਹ ਸੰਸਾਰਿਕ ਚੀਜ਼ਾਂ ਲਈ ਪਰਮੇਸ਼ਵਰ ਨੂੰ ਪ੍ਰਾਰਥਨਾ ਕਰਦੇ ਰਹਿੰਦੇ ਹਨ। 뭐 우리
ਜਿਵੇਂ ਕਿ ਕਿਰਪਾ ਕਰਕੇ ਮੈਨੂੰ ਬਹੁਤ ਸਾਰਾ ਪੈਸਾ ਕਮਾਉਣ ਵਿੱਚ ਮਦਦ ਕਰੋ ਅਤੇ ਮੇਰੇ ਬੱਚਿਆਂ ਨੂੰ ਚੰਗੇ ਸਕੂਲ ਵਿੱਚ ਦਾਖਲਾ ਦਿਵਾਉਣ ਵਿੱਚ ਮਦਦ ਕਰੋ। ਹਾਲਾਂਕਿ ਪਰਮੇਸ਼ਵਰ ਸਾਨੂੰ ਸਲੀਬ ਦਿੰਦੇ ਹਨ। ਕੀ ਪਰਮੇਸ਼ਵਰ ਚਾਹੁੰਦੇ ਸੀ ਕਿ ਪਹਿਲੇ ਚਰਚ ਦੇ ਸੰਤ, ਜਿਨ੍ਹਾਂ ਨੇ ਆਪਣੇ ਵਿਸ਼ਵਾਸ ਨੂੰ ਮਜ਼ਬੂਤੀ ਨਾਲ ਫੜੀ ਰੱਖਿਆ, ਸਤਾਏ ਜਾਣ ਅਤੇ ਸਮਾਜ ਦੁਆਰਾ ਰੱਦ ਕੀਤੇ ਜਾਣ? 그 사회에서 따돌림을 받는 그런 거를 하나님께서 원하시겠습니까? ਕੀ ਅਜਿਹਾ ਇਸ ਲਈ ਨਹੀਂ ਸੀ ਕਿਉਂਕਿ ਉਹ ਚਾਹੁੰਦੇ ਸੀ ਕਿ ਉਹਨਾਂ ਕੋਲ ਸਦੀਪਕ ਸਵਰਗ ਦੇ ਰਾਜ ਲਈ ਇੱਕ ਵੱਡੀ ਆਸ ਹੋਵੇ? 가지라는 뜻 아니겠습니까? ਮਸੀਹ ਨੇ ਆਪਣੇ ਮੌਜੂਦਾ ਦੁੱਖਾਂ ਤੇ ਕਾਬੂ ਪਾਇਆ ਕਿਉਂਕਿ ਉਹ ਉਸ ਖੁਸ਼ੀ ਦੀ ਉਡੀਕ ਕਰ ਰਹੇ ਸੀ ਜੋ ਉਹਨਾਂ ਦੇ ਸਾਹਮਣੇ ਸੀ। 괴로움을 바라보며 현재 그 고난을 다 이기셨다고 했습니다. ਇਸੇ ਤਰ੍ਹਾਂ ਸਾਨੂੰ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ। ਸਾਨੂੰ ਅੱਜ ਉਹਨਾਂ ਸਾਰੀਆਂ ਮੁਸ਼ਕਿਲਾਂ ਉੱਤੇ ਜਿੱਤ ਪਾਉਣੀ ਚਾਹੀਦੀ ਹੈ ਜਿਨ੍ਹਾਂ ਦਾ ਅਸੀਂ ਅੱਜ ਸਾਹਮਣਾ ਕਰਦੇ ਹਾਂ ਅਤੇ ਮਹਿਮਾ ਬਾਰੇ ਸੋਚਦੇ ਹੋਏ ਸਵਰਗ ਦੇ ਰਾਜ ਵੱਲ ਵਧਣਾ ਚਾਹੀਦਾ ਹੈ। 달려갈 줄 아는 우리 모두가 되어야 되겠죠. ਜਿਹੜੇ ਲੋਕ ਸਦੀਪਕ ਕਾਲ ਦੀ ਲਾਲਸਾ ਕਰਦੇ ਹਨ ਉਹਨਾਂ ਕੋਲ ਕੋਈ ਸ਼ਿਕਾਇਤ ਨਹੀਂ ਹੁੰਦੀ। ਹਾਲਾਂਕਿ ਜਿਹੜੇ ਸਦੀਪਕ ਕਾਲ ਲਈ ਲਾਲਸਾ ਨਹੀਂ ਕਰਦੇ ਪਰ ਸੰਸਾਰਿਕ ਆਸ਼ੀਸ਼ਾਂ ਤੇ ਧਿਆਨ ਕੇਂਦਰਿਤ ਕਰਦੇ ਹਨ, ਉਹ ਹਮੇਸ਼ਾ ਬੁੜਬੁੜਾਉਂਦੇ ਹਨ। 원망투성입니다. ਆਓ ਅਸੀਂ 1 ਕੁਰਿੰਥੀਆਨ ਅਧਿਆਇ 10 ਉੱਤੇ ਜਾਈਏ। 1 ਕੁਰਿੰਥੀਆਨ ਅਧਿਆਇ 10 ਵਚਨ 9। ਅਤੇ ਨਾ ਅਸੀਂ ਪ੍ਰਭ ਨੂੰ ਪਰਤਾਈਏ ਜਿਵੇਂ ਉਹਨਾਂ ਵਿੱਚੋਂ ਕਈਆਂ ਨੇ ਪਰਤਾਇਆ ਸੀ ਅਤੇ ਸੱਪਾਂ ਤੋਂ ਨਾਸ ਹੋਏ। 우리는 저희와 같이 시험하지 말라. ਅਤੇ ਨਾ ਤੁਸੀਂ ਬੁੜ-ਬੁੜ ਕਰੋ ਜਿਵੇਂ ਉਹਨਾਂ ਵਿੱਚੋਂ ਕਈਆਂ ਨੇ। ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਜੰਗਲ ਵਿੱਚ ਬੁੜ-ਬੁੜ ਕੀਤੀ ਅਤੇ ਨਾਸ ਕਰਨ ਵਾਲੇ ਤੋਂ ਨਾਸ ਹੋਏ। 멸망시키는 자에게 멸망하였나니 너희는 저희와 같이 원망하지 말라고 했습니다. ਪਰਮੇਸ਼ਵਰ ਨੇ ਇੱਕ ਪ੍ਰਤੀਕੂਲ ਮਾਹੌਲ ਬਣਾਇਆ, ਫਿਰ ਵੀ ਉਹਨਾਂ ਨੂੰ ਨਾ ਬੁੜ-ਬੁੜਾਉਣ ਦਾ ਹੁਕਮ ਦਿੱਤਾ। 뭐 양식이 ਕੀ ਉਹਨਾਂ ਕੋਲ ਕਾਫੀ ਭੋਜਨ ਜਾਂ ਪਾਣੀ ਸੀ? 마실 물이 넉넉했습니까? ਕਿਉਂਕਿ ਉਹਨਾਂ ਵਿੱਚ ਸਦੀਪਕ ਕਾਲ ਦੀ ਲਾਲਸਾ ਕਰਨ ਲਈ ਵਿਸ਼ਵਾਸ ਦੀ ਕਮੀ ਸੀ, ਇਸ ਲਈ ਉਹਨਾਂ ਨੇ ਆਪਣੀ ਤੁਰੰਤ ਭੁੱਖ, ਪਿਆਸ ਅਤੇ ਬੇਰਾਮੀ ਤੇ ਧਿਆਨ ਦਿੱਤਾ। 불편한 상황만 늘 생각하다 보니까 ਨਤੀਜੇ ਵਜੋਂ ਉਹਨਾਂ ਨੇ ਬੁੜਬੁੜਾਉਂਦੇ ਹੋਏ ਅਤੇ ਸ਼ਿਕਾਇਤ ਕਰਦੇ ਹੋਏ ਜੰਗਲ ਵਿੱਚ 40 ਸਾਲ ਬਿਤਾਏ ਅਤੇ ਤਬਾਹ ਹੋ ਗਏ। 멸망당했던 그 우리의 ਪਰਮੇਸ਼ਵਰ ਨੇ ਸਾਨੂੰ ਇਹ ਇਤਿਹਾਸ ਇੱਕ ਉਦਾਹਰਣ ਦੇ ਰੂਪ ਵਿੱਚ ਦਿੱਤਾ ਹੈ। ਆਓ ਅਸੀਂ ਵਚਨ 11 ਨਾਲ ਜਾਰੀ ਰੱਖੀਏ। ਸੋ ਇਹ ਗੱਲਾਂ ਉਹਨਾਂ ਉੱਤੇ ਨਸੀਹਤ ਦੇ ਲਈ ਹੋਈਆਂ ਅਤੇ ਸਾਨੂੰ ਮੱਤ ਦੇਣ ਲਈ ਲਿਖੀਆਂ ਹੋਈਆਂ ਹਨ ਜਿਨ੍ਹਾਂ ਉੱਤੇ ਯੁੱਗਾਂ ਦੇ ਅੰਤ ਆਣ ਪਹੁੰਚੇ ਹਨ। ਗੱਲ ਕਾਹਦੀ ਜੋ ਕੋਈ ਆਪਣੇ ਆਪ ਨੂੰ ਖਲੋਤਾ ਹੋਇਆ ਸਮਝਦਾ ਹੈ ਸੋ ਸੁਚੇਤ ਰਹੇ ਪਈ ਕਿਤੇ ਡਿੱਗ ਨਾ ਪਵੇ। ਜਿਹੜੇ ਲੋਕ ਸਦੀਪਕ ਕਾਲ ਦੀ ਲਾਲਸਾ ਕਰਦੇ ਹਨ ਅਤੇ ਆਪਣੀਆਂ ਅੱਖਾਂ ਸਦੀਪਕ ਕਾਲ ਤੇ ਲਗਾਉਂਦੇ ਹਨ, ਉਹ ਸ਼ਿਕਾਇਤ ਕਰਨ ਦੀ ਬਜਾਏ ਪਰਮੇਸ਼ਵਰ ਦੇ ਵਾਅਦਿਆਂ ਉੱਤੇ ਜ਼ਿਆਦਾ ਧਿਆਨ ਕੇਂਦਰਿਤ ਕਰਨਗੇ। 원망하는 법보다는 하나님께서 약속하신 약속에 관심을 더 많이 갖습니다. ਕਿਉਂਕਿ ਉਹ ਪਰਮੇਸ਼ਵਰ ਦੇ ਵਾਅਦਿਆਂ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ, ਇਸ ਲਈ ਉਹ ਬੁੜਬੁੜਾਉਂਦੇ ਨਹੀਂ ਹਨ। 십자가를 ਪਰਮੇਸ਼ਵਰ 지고 ਸਾਨੂੰ ਆਪਣੀ ਸਲੀਬ ਚੁੱਕ ਕੇ ਉਹਨਾਂ ਦੇ ਪਿੱਛੇ ਜਾਣ ਲਈ ਕਹਿੰਦੇ ਹਨ। 오늘이 ਅੱਜ ਪਤੀਰੀ ਰੋਟੀ ਦਾ ਪਰਬ ਹੈ ਜਦੋਂ ਸਾਨੂੰ ਮਸੀਹ ਦੀ ਸਲੀਬ ਚੁੱਕਣੀ ਚਾਹੀਦੀ ਹੈ। ਸਾਡੇ ਕੋਲ ਉਹ ਵਿਸ਼ਵਾਸ ਹੋਣਾ ਚਾਹੀਦਾ ਹੈ ਜੋ ਸਾਨੂੰ ਸ਼ੁਕਰਗੁਜ਼ਾਰੀ ਨਾਲ ਸਲੀਬ ਚੁੱਕਣ ਦਿੰਦਾ ਹੈ। 우리가 깨우쳐야 되겠는데요. ਆਓ ਅਸੀਂ ਉਪਦੇਸ਼ਕ ਦੀ ਪੋਥੀ ਅਧਿਆਇ 1 ਵਚਨ 1 ਦੇਖੀਏ। ਆਓ ਅਸੀਂ ਉਪਦੇਸ਼ਕ ਦੀ ਪੋਥੀ ਅਧਿਆਇ 1 ਵਚਨ 1 ਪੜ੍ਹੀਏ। ਯਰੂਸ਼ਲਮ ਦੇ ਪਾਤਸ਼ਾਹ ਦਾਊਦ ਦੇ ਪੁੱਤਰ ਉਪਦੇਸ਼ਕ ਦੇ ਬਚਨ। ਉਪਦੇਸ਼ਕ ਆਖਦਾ ਹੈ, ਵਿਅਰਥਾਂ ਦਾ ਵਿਅਰਥ, ਵਿਅਰਥਾਂ ਦਾ ਵਿਅਰਥ, ਸਭ ਕੁਝ ਵਿਅਰਥ ਹੈ। ਆਦਮੀ ਨੂੰ ਉਸਦੇ ਸਾਰੇ ਧੰਦੇ ਤੋਂ ਜੋ ਉਹ ਸੂਰਜ ਦੇ ਹੇਠ ਕਰਦਾ ਹੈ ਕੀ ਲਾਭ ਹੁੰਦਾ ਹੈ? ਇੱਕ ਪੀੜ੍ਹੀ ਚੱਲੀ ਜਾਂਦੀ ਹੈ ਅਤੇ ਦੂਜੀ ਆ ਜਾਂਦੀ ਹੈ, ਪਰ ਧਰਤੀ ਸਦਾ ਅਟਲ ਹੈ। ਸੂਰਜ ਚੜ੍ਹਦਾ ਹੈ ਅਤੇ ਸੂਰਜ ਲਹਿੰਦਾ ਹੈ ਅਤੇ ਆਪਣੇ ਥਾਂ ਲਈ ਜਿੱਥੋਂ ਉਹ ਚੜ੍ਹਦਾ ਹੈ ਕਰਕਦਾ ਜਾਂਦਾ ਹੈ। ਪੌਣ ਦੱਖਣ ਵੱਲ ਚੱਲੀ ਜਾਂਦੀ, ਫਿਰ ਉੱਤਰ ਵੱਲ ਮੁੜ ਪੈਂਦੀ ਹੈ। ਇਹ ਸਦਾ ਪਾਉਂਦੀ ਫਿਰਦੀ ਹੈ ਅਤੇ ਆਪਣੇ ਗੇੜਾਂ ਅਨੁਸਾਰ ਮੁੜ ਜਾਂਦੀ ਹੈ। ਸਾਰੀਆਂ ਨਦੀਆਂ ਸਮੁੰਦਰ ਵਿੱਚ ਜਾ ਪੈਂਦੀਆਂ ਹਨ, ਪਰ ਸਮੁੰਦਰ ਨਹੀਂ ਭਰੀਦਾ। ਉਸੇ ਥਾਂ ਨੂੰ ਜਿੱਥੋਂ ਨਦੀਆਂ ਨਿਕਲੀਆਂ ਹਨ, ਉੱਥੇ ਹੀ ਮੁੜ ਜਾਂਦੀਆਂ ਹਨ। ਇਹਨਾਂ ਸਾਰੀਆਂ ਗੱਲਾਂ ਨਾਲ ਥਕਾਉਣਾ ਹੈ। ਇਹ ਗੱਲ ਮਨੁੱਖ ਬੋਲ ਨਹੀਂ ਸਕਦਾ, ਅੱਖ ਵੇਖਣ ਨਾਲ ਨਹੀਂ ਰੱਜਦੀ ਅਤੇ ਕੰਨ ਸੁਣਨ ਨਾਲ ਨਹੀਂ ਭਰਦਾ। ਸੁਲੇਮਾਨ ਨੇ ਅਜਿਹਾ ਇਸ ਲਈ ਨਹੀਂ ਕਿਹਾ ਕਿਉਂਕਿ ਉਹ ਨਿਰਾਸ਼ਾਵਾਦੀ ਸੀ, ਪਰ ਇਸ ਲਈ ਕਿਹਾ ਕਿਉਂਕਿ ਉਹ ਇੱਕ ਬੁੱਧੀਮਾਨ ਵਿਅਕਤੀ ਸੀ। ਜਦੋਂ ਉਸ ਕੋਲ ਸਦੀਪਕ ਕਾਲ ਲਈ ਇੱਕ ਸਮਝਦਾਰ ਦ੍ਰਿਸ਼ਟੀਕੋਣ ਸੀ, ਤਾਂ ਉਸਨੇ ਇਸ ਧਰਤੀ ਉੱਤੇ ਅਸਥਾਈ ਚੀਜ਼ਾਂ ਨੂੰ ਕਿਵੇਂ ਮੰਨਿਆ? ਜਿਵੇਂ ਕਿ ਸੁਲੇਮਾਨ ਨੇ ਉਪਦੇਸ਼ਕ ਦੀ ਪੋਥੀ ਦੀ ਕਿਤਾਬ ਵਿੱਚ ਲਿਖਿਆ, ਉਸਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਅਸਵੀਕਾਰ ਨਹੀਂ ਕੀਤਾ ਜੋ ਉਸਦੀਆਂ ਅੱਖਾਂ ਨੇ ਚਾਹਿਆ ਸੀ ਜਾਂ ਆਪਣੇ ਮਨ ਨੂੰ ਕਿਸੇ ਵੀ ਸੁੱਖ ਤੋਂ ਨਹੀਂ ਰੋਕਿਆ। ਸਭ ਕੁਝ ਕਰਨ ਦੇ ਬਾਵਜੂਦ ਉਹ ਇਸ ਸਿੱਟੇ ਤੇ ਪਹੁੰਚਿਆ,
ਵਿਅਰਥਾਂ ਦਾ ਵਿਅਰਥ, ਵਿਅਰਥਾਂ ਦਾ ਵਿਅਰਥ, ਸਭ ਕੁਝ ਵਿਅਰਥ ਹੈ। 계획대로 ਸਭ ਕੁਝ ਸੁਲੇਮਾਨ ਦੀਆਂ ਯੋਜਨਾਵਾਂ ਅਤੇ ਇੱਛਾਵਾਂ ਅਨੁਸਾਰ ਹੋਇਆ। ਪਰਮੇਸ਼ਵਰ ਨੇ ਉਸ ਨੂੰ ਬੁੱਧੀ ਅਤੇ ਧਨ ਦਿੱਤਾ। 물질의 축복도 많이 주셨습니다. ਹਾਲਾਂਕਿ ਉਸਨੇ ਮਹਿਸੂਸ ਕੀਤਾ ਕਿ ਉਹ ਸਦੀਪਕ ਦੁਨੀਆ ਦੀ ਤੁਲਨਾ ਵਿੱਚ ਪਲ ਭਰ ਲਈ ਅਤੇ ਵਿਅਰਥ ਹੈ। 놓고 볼 때에 그저 한순간이고 아무것도 아니고 무가치한 이와 같은 것이었다는 것을 깨닫고는 ਉਪਦੇਸ਼ਕ ਦੀ ਪੋਥੀ ਅਧਿਆਇ 12 ਵਿੱਚ ਉਸਨੇ ਮਨੁੱਖ ਦੇ ਫਰਜ਼ ਬਾਰੇ ਕੀ ਕਿਹਾ ਹੈ? ਪਰਮੇਸ਼ੁਰ ਕੋਲੋਂ ਡਰ ਅਤੇ ਉਹਦੀਆਂ ਆਗਿਆਵਾਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ। 사람의 본분이었더란 말이죠. ਸਾਰੇ ਲੋਕੋ ਸੁਲੇਮਾਨ ਨੇ ਉਹ ਸਭ ਕੁਝ ਕੀਤਾ ਜੋ ਚਾਹੁੰਦਾ ਸੀ ਅਤੇ ਇਸ ਸਿੱਟੇ ਤੇ ਪਹੁੰਚਿਆ। ਕਈ ਵਾਰੀ ਅਸੀਂ ਮੁਸ਼ਕਿਲਾਂ, ਦਰਦ ਅਤੇ ਸਲੀਬ ਦੇ ਰਸਤੇ ਦੇ ਕਾਰਨ ਦੁਖੀ ਹੁੰਦੇ ਹਾਂ। 십자가의 길 때로는 마음먹은 대로 다 이루어지지 아니하고 ਕਈ ਵਾਰ ਚੀਜ਼ਾਂ ਯੋਜਨਾ ਅਨੁਸਾਰ ਨਹੀਂ ਹੁੰਦੀਆਂ ਅਤੇ ਮੰਦਭਾਗੀ ਚੀਜ਼ਾਂ ਅਚਾਨਕ ਰੂਪ ਨਾਲ ਵਾਪਰਦੀਆਂ ਹਨ। 그럴 때마다 거기에 매달려서 원망하고 불평하는 어떤 일보다는 ਹਾਲਾਂਕਿ ਸ਼ਿਕਾਇਤ ਕਰਨ ਦੀ ਬਜਾਏ ਆਓ ਅਸੀਂ ਉਹਨਾਂ ਸਥਿਤੀਆਂ ਦੇ ਪਿੱਛੇ ਦੀ ਸੱਚਾਈ ਤੇ ਧਿਆਨ ਦੇਈਏ। 일들이 이루어지게 되는지를 한번 보도록 하겠습니다. ਆਓ ਅਸੀਂ ਯਸਾਯਾਹ ਦੇ ਅਧਿਆਇ 51 ਵਚਨ ਪੜ੍ਹੀਏ। ਯਹੋਵਾ ਤਾਂ ਸੀਯੋਨ ਨੂੰ ਦਿਲਾਸਾ ਦੇਵੇਗਾ, ਉਹਦੇ ਸਾਰਿਆਂ ਵਿਰਾਨੀਆਂ ਨੂੰ ਦਿਲਾਸਾ ਦੇਵੇਗਾ। ਉਹ ਉਸ ਦੀ ਉਜਾੜ ਨੂੰ ਅਦਨ ਵਾਂਗ ਅਤੇ ਉਸ ਦਾ ਥਲ ਯਹੋਵਾ ਦੇ ਬਾਗ ਵਾਂਗ ਬਣਾ ਦੇਵੇਗਾ। ਤਦ ਕੀ ਹੋਵੇਗਾ? ਖੁਸ਼ੀ ਅਰ ਆਨੰਦ ਉਹਦੇ ਵਿੱਚ ਪਾਇਆ ਜਾਵੇਗਾ, ਨਾਲੇ ਧੰਨਵਾਦ ਅਰ ਭਜਨ ਦੀ ਆਵਾਜ਼ ਵੀ। 즐거워함과 감사함과 장화하는 소리가 있으리라 하고 했습니다. ਸੀਯੋਨ ਵਿੱਚ ਖੁਸ਼ੀ ਅਤੇ ਭਜਨ ਗਾਉਣ ਦੀ ਆਵਾਜ਼ ਸੁਣਾਈ ਦੇਵੇਗੀ। 따라서 이와 같은 ਕੀ ਇਸ ਨੂੰ ਸੰਭਵ ਬਣਾਉਂਦਾ ਹੈ? 장화하는 소리만 연일 넘쳐나게 될까요? ਸੀਯੋਨ ਨੂੰ ਉਹਨਾਂ ਲੋਕਾਂ ਨਾਲ ਭਰਿਆ ਹੋਣਾ ਚਾਹੀਦਾ ਹੈ ਜਿਨ੍ਹਾਂ ਦੇ ਮਨ ਵਿੱਚ ਸਦੀਪਕ ਕਾਲ ਦੀ ਲਾਲਸਾ ਅਤੇ ਸਦੀਪਕ ਕਾਲ ਤੇ ਕੇਂਦਰਿਤ ਦ੍ਰਿਸ਼ਟੀਕੋਣ ਹੈ। 그 안목이 열려 있는 사람들로 채워져야 되겠습니다. ਸੀਯੋਨ ਦੇ ਸਵਰਗੀ ਪਰਿਵਾਰ ਦੇ ਮੈਂਬਰਾਂ ਕੋਲ ਸਦੀਪਕ ਕਾਲ ਲਈ ਇਹ ਦ੍ਰਿਸ਼ਟੀਕੋਣ ਜਿੰਨਾ ਜ਼ਿਆਦਾ ਹੋਵੇਗਾ, 많아지면 많아질수록 ਸੀਯੋਨ ਵਿੱਚ ਉਨੀ ਹੀ ਜ਼ਿਆਦੀ ਖੁਸ਼ੀ, ਭਜਨ ਗਾਉਣ, ਧੰਨਵਾਦ ਅਤੇ ਖੁਸ਼ੀ ਦਾ ਸ਼ਬਦ ਭਰਿਆ ਰਹੇਗਾ। 즐거워하는 소리가 넘쳐날 수 있는 우리 시온이 될 수 있는 것입니다. ਇਸ ਲਈ ਮਸੀਹ ਸਾਨੂੰ ਸੰਸਾਰਿਕ ਚੀਜ਼ਾਂ ਤੋਂ ਅਸਥਾਈ ਆਨੰਦ ਨਹੀਂ ਦਿੰਦੇ, 맛에 취할 수 ਸਗੋਂ 있도록 ਰੁਕਾਵਟਾਂ, ਮੁਸ਼ਕਿਲਾਂ ਅਤੇ ਔਖੀਆਂ ਸਥਿਤੀਆਂ ਨੂੰ ਦਿੰਦੇ ਹਨ ਤਾਂ ਜੋ ਅਸੀਂ ਸਵਰਗ ਦੇ ਰਾਜ ਵਿੱਚ ਵੱਧ ਤੋਂ ਵੱਧ ਆਸ਼ੀਸ਼ਾਂ ਪ੍ਰਾਪਤ ਕਰ ਸਕੀਏ। 하기 위해서 우리에게 장애물도 두시고 여러 가지 어려움도 두시고 또 곤란한 상황에도 우리를 때로는 두기도 하십니다. ਵਿਵਸਥਾ ਸਾਰ ਅਧਿਆਇ 8 ਦੇ ਅਨੁਸਾਰ ਪਰਮੇਸ਼ਵਰ ਨੇ ਕੀ ਕੀਤਾ? 낮추게도 하시고 ਉਹਨਾਂ ਨੇ ਸਾਨੂੰ ਨਿਮਰ ਬਣਾਇਆ ਅਤੇ ਕਈ ਵਾਰ ਸਾਨੂੰ ਭੁੱਖਾ ਹੋਣ ਦਿੱਤਾ। 때로는 ਹਾਲਾਂਕਿ ਇਹ ਸਾਨੂੰ ਅੰਤ ਵਿੱਚ ਆਸ਼ੀਸ਼ਾਂ ਪ੍ਰਦਾਨ ਕਰਨ ਲਈ ਹੈ। ਕੀ ਇਸ ਕਾਰਨ ਪਰਮੇਸ਼ਵਰ ਸਾਨੂੰ ਬਹੁਤ ਸਾਰੀਆਂ ਵੱਖਰੀਆਂ ਸਥਿਤੀਆਂ ਵਿੱਚ ਨਹੀਂ ਪਾਉਂਦੇ? ਅਜਿਹਾ ਇਸ ਲਈ ਨਹੀਂ ਹੈ ਕਿਉਂਕਿ ਪਰਮੇਸ਼ਵਰ ਗੁੱਸੇ ਵਾਲੇ ਹਨ। 그렇게 하시는 것이 ਉਹ ਚਾਹੁੰਦੇ ਹਨ ਕਿ ਅਸੀਂ ਉਹਨਾਂ ਰਾਹੀਂ ਸਦੀਪਕ ਕਾਲ ਦਾ ਦ੍ਰਿਸ਼ਟੀਕੋਣ ਪ੍ਰਾਪਤ ਕਰੀਏ। 바라볼 줄 아는 안목을 열어주기 위함입니다. ਅੱਜ ਆਓ ਅਸੀਂ ਪਤੀਰੀ ਰੋਟੀ ਦੇ ਪ੍ਰਭ ਦੁਆਰਾ ਮਸੀਹ ਦੇ ਦੁੱਖਾਂ ਬਾਰੇ ਸੋਚੀਏ। 순환을 생각할 때 ਜਦੋਂ ਅਸੀਂ ਉਸ ਦਰਦ ਬਾਰੇ ਸੋਚਦੇ ਹਾਂ ਜਿਸ ਨੂੰ ਉਹਨਾਂ ਨੇ ਸਾਡੇ ਪਾਪਾਂ ਕਾਰਨ ਸਹਿਣ ਕੀਤਾ ਤਾਂ ਅਸੀਂ ਅਵਿਸ਼ਵਾਸਯੋਗ ਤੌਰ ਤੇ ਪਛਤਾਉਂਦੇ ਹਾਂ। 우리 앞에 놓여 있는 ਇਹ ਸੋਚਣ ਦੀ ਬਜਾਏ ਕਿ ਮੇਰਾ ਜੀਵਨ ਅਜਿਹਾ ਇਸ ਲਈ ਹੈ ਕਿਉਂਕਿ ਮੈਨੂੰ ਪਰਮੇਸ਼ਵਰ ਦੀਆਂ ਆਸ਼ੀਸ਼ਾਂ ਨਹੀਂ ਮਿਲੀਆਂ। ਜਦੋਂ ਵੀ ਅਸੀਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਾਂ ਸਾਡੇ ਕੋਲ ਸਦੀਪਕ ਕਾਲ ਦਾ ਦ੍ਰਿਸ਼ਟੀਕੋਣ ਹੋਣਾ ਚਾਹੀਦਾ ਹੈ। 바라볼 줄 아는 안목의 눈을 열어야 되겠습니다. ਸਾਨੂੰ ਇਹ ਸੋਚਣਾ ਚਾਹੀਦਾ ਹੈ ਪਰਮੇਸ਼ਵਰ ਨੇ ਮੈਨੂੰ ਇਹ ਸਥਿਤੀ ਦਿੱਤੀ ਹੈ ਤਾਂ ਕਿ ਮੈਂ ਸਦੀਪਕ ਕਾਲ ਲਈ ਹੋਰ ਵੀ ਵੱਡੀ ਲਾਲਸਾ ਰੱਖਾਂ ਅਤੇ ਪਰਮੇਸ਼ਵਰ ਨੇ ਮੈਨੂੰ ਹੋਰ ਜ਼ਿਆਦਾ ਉਤਸ਼ਾਹ ਨਾਲ ਪ੍ਰਾਰਥਨਾ ਕਰਨ ਅਤੇ ਸਵਰਗ ਵਿੱਚ ਜ਼ਿਆਦਾ ਤੋਂ ਜ਼ਿਆਦਾ ਆਸ਼ੀਸ਼ਾਂ ਪ੍ਰਾਪਤ ਕਰਨ ਦਾ ਮੌਕਾ ਦਿੱਤਾ ਹੈ। ਜਦੋਂ ਅਸੀਂ ਅਜਿਹਾ ਕਰਦੇ ਹਾਂ ਤਾਂ ਸੀਯੋਨ ਵਿੱਚ ਧੰਨਵਾਦ, ਭਜਨ ਗਾਉਣ ਅਤੇ ਆਨੰਦ ਦਾ ਸ਼ਬਦ ਭਰਿਆ ਰਹੇਗਾ। ਇਸੇ ਲਈ 1 ਥਸਲੋਨੀਕੀਆਂ ਅਧਿਆਇ 5 ਵਿੱਚ ਲਿਖਿਆ ਗਿਆ ਹੈ, ਸਦਾ ਆਨੰਦ ਰਹੋ, ਨਿਤ ਪ੍ਰਾਰਥਨਾ ਕਰੋ। ਸਾਨੂੰ ਹੋਰ ਕੀ ਕਰਨਾ ਚਾਹੀਦਾ ਹੈ? ਹਰ ਹਾਲ ਵਿੱਚ ਧੰਨਵਾਦ ਕਰੋ। ਧੰਨਵਾਦ ਕੌਣ ਦੇ ਸਕਦਾ ਹੈ? ਕੇਵਲ ਉਹੀ ਜਿਨ੍ਹਾਂ ਕੋਲ ਸਦੀਪਕ ਕਾਲ ਦਾ ਦ੍ਰਿਸ਼ਟੀਕੋਣ ਹੈ, ਉਹ ਅਜਿਹਾ ਕਰ ਸਕਦੇ ਹਨ। ਹਰ ਹਾਲ ਵਿੱਚ ਦਾ ਮਤਲਬ ਹੈ ਭਾਵੇਂ ਕੋਈ ਵੀ ਸਥਿਤੀ ਹੋਵੇ।
그저 ਕੋਈ ਵੀ ਵਿਅਕਤੀ 감사할 ਪਰਮੇਸ਼ਵਰ ਨੂੰ 일만 ਧੰਨਵਾਦ 있어서 ਕਹਿ 하나님을 ਸਕਦਾ ਹੈ। 감사하는 것으로 끝난다면 그건 누구나가 다 할 수 있는 일입니다. ਪਹਿਲੇ ਚਰਚ ਦੇ ਸੰਤ ਆਰਾਧਨਾ ਮਨਾਉਣ ਲਈ ਕਬਰਸਤਾਨ ਵੱਲ ਭੱਜ ਗਏ। 예배치를 찾지 못해서 그런 곳에서도 예배를 드리고 ਰੋਮੀਆਂ ਦੁਆਰਾ ਪਿੱਛਾ ਕੀਤੇ ਜਾਣ ਤੇ ਉਹਨਾਂ ਨੇ ਪਰਮੇਸ਼ਵਰ ਦੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ। ਉਹ ਇੱਕ ਵੱਡੀ ਆਸ ਵਿੱਚ ਖੁਸ਼ ਹੋਏ। ਸਦੀਪਕ ਕਾਲ ਦੇ ਦ੍ਰਿਸ਼ਟੀਕੋਣ ਤੋਂ ਬਿਨਾਂ ਲੋਕਾਂ ਨੇ ਇਹ ਸੋਚ ਕੇ ਉਹ ਅਜਿਹਾ ਕਿਉਂ ਕਰਦੇ ਹਨ, ਉਹਨਾਂ ਨੂੰ ਨਹੀਂ ਸਮਝਿਆ। ਲੋਕਾਂ ਨੂੰ ਆਸ ਸੀ ਕਿ ਉਹ ਆਪਣੇ ਜੀਵਨ ਲਈ ਭੀਖ ਮੰਗਣਗੇ। ਸ਼ੇਰਾਂ ਦਾ ਭੋਜਨ ਬਣਨ ਤੋਂ ਬਚਣ ਲਈ ਉਹ ਕਹਿ ਸਕਦੇ ਸੀ, ਮੈਂ ਹੁਣ ਯਿਸੂ ਉੱਤੇ ਵਿਸ਼ਵਾਸ ਨਹੀਂ ਕਰਾਂਗਾ। ਕਿਰਪਾ ਕਰਕੇ ਮੈਨੂੰ ਇਸ ਨਰਕ ਵਿੱਚੋਂ ਬਾਹਰ ਕੱਢੋ, ਪਰ ਕਿਸੇ ਨੇ ਵੀ ਅਜਿਹਾ ਨਹੀਂ ਕੀਤਾ। ਇਸ ਦੀ ਬਜਾਏ ਉਹਨਾਂ ਨੇ ਹੱਥ ਫੜ ਕੇ ਗਾਇਆ, ਸਵਰਗ ਜਾਣ ਦਾ ਚਮਕਦਾਰ ਰਾਹ ਮੇਰੇ ਸਾਹਮਣੇ ਰਹਿੰਦਾ ਹੈ। ਭਾਵੇਂ ਮੈਂ ਬਹੁਤ ਦੁਖੀ ਅਤੇ ਪਰੇਸ਼ਾਨ ਰਹਿੰਦਾ ਹਾਂ। ਮੌਤ ਦੇ ਪਲ ਵਿੱਚ ਵੀ ਉਹਨਾਂ ਦੇ ਭਜਨ ਗੂੰਜਦੇ ਰਹੇ। ਇਸ ਲਈ ਇਹ ਲਿਖਿਆ ਹੈ ਕਿ ਸੰਸਾਰ ਉਹਨਾਂ ਦੇ ਯੋਗ ਨਹੀਂ ਸੀ। ਜਿਵੇਂ ਮਸੀਹ ਨੇ ਸਦੀਪਕ ਕਾਲ ਦੇ ਦ੍ਰਿਸ਼ਟੀਕੋਣ ਨਾਲ ਸਲੀਬ ਦੇ ਦੁੱਖਾਂ ਨੂੰ ਸਹਿਣ ਕੀਤਾ, ਸਾਨੂੰ ਵੀ ਸਦੀਪਕ ਕਾਲ ਦੀ ਲਾਲਸਾ ਕਰਨੀ ਚਾਹੀਦੀ ਹੈ ਅਤੇ ਸਦੀਪਕ ਸਵਰਗ ਦੇ ਰਾਜ ਦੀ ਆਸ ਰੱਖਣੀ ਚਾਹੀਦੀ ਹੈ। ਇਹਨਾਂ ਨਾਲ ਸਾਨੂੰ ਖੁਸ਼ੀ ਮਨਾਉਂਦੇ ਹੋਏ ਕਿਸੇ ਵੀ ਦੁੱਖ ਜਾਂ ਦਰਦ ਦਾ ਸਾਹਮਣਾ ਕਰਨਾ ਚਾਹੀਦਾ ਹੈ ਅਤੇ ਧੰਨਵਾਦ ਅਤੇ ਆਨੰਦ ਨਾਲ ਭਰਨਾ ਚਾਹੀਦਾ ਹੈ। ਆਓ ਅਸੀਂ ਇਬਰਾਨੀਆਂ ਅਧਿਆਇ 33 ਵਚਨ 11 ਦੇਖੀਏ। ਜਿਨ੍ਹਾਂ ਨੇ ਨਿਚਾਹ ਦੇ ਰਾਹੀਂ ਪਾਤਸ਼ਾਹੀਆਂ ਨੂੰ ਫਤਹ ਕੀਤਾ, ਧਰਮ ਦੇ ਕੰਮ ਕੀਤੇ, ਵਾਅਦਿਆਂ ਨੂੰ ਪ੍ਰਾਪਤ ਕੀਤਾ, ਬਬਰਸੇਰਾਂ ਦੇ ਮੂੰਹ ਬੰਦ ਕੀਤੇ, ਅੱਗ ਦੇ ਤਾਉ ਨੂੰ ਠੰਡਿਆ ਕੀਤਾ, ਤਲਵਾਰ ਦੀਆਂ ਧਾਰਾਂ ਤੋਂ ਬਚ ਨਿਕਲੇ, ਉਹ ਨਿਰਬਲਤਾਈ ਵਿੱਚ ਬਲੀ ਹੋਏ ਯੁੱਧ ਵਿੱਚ ਸੂਰਮੇ ਬਣੇ, ਓਪਰਿਆਂ ਦੀਆਂ ਫੌਜਾਂ ਨੂੰ ਭਜਾ ਦਿੱਤਾ। ਤੀਵੀਆਂ ਨੇ ਆਪਣਿਆਂ ਮੁਰਦਿਆਂ ਨੂੰ ਫੇਰ ਜੀ ਉੱਠਿਆ ਹੋਇਆਂ ਨੂੰ ਲੱਭਿਆ। ਕਈ ਕੁ ਡਾਂਗਾਂ ਨਾਲ ਜਾਨੋਂ ਮਾਰੇ ਗਏ ਅਤੇ ਛੁਟਕਾਰਾ ਨਾ ਮੰਨਿਆ ਤਾਂ ਜੋ ਹੋਰ ਵੀ ਉੱਤਮ ਕਿਆਮਤ ਨੂੰ ਪ੍ਰਾਪਤ ਕਰਨ। ਅਤੇ ਕਈ ਕੁ ਠੱਠਿਆਂ ਵਿੱਚ ਉਡਾਏ ਜਾਣ ਅਤੇ ਕੋਰੜੇ ਖਾਣ, ਸਗੋਂ ਜਕੜੇ ਜਾਣ ਅਤੇ ਕੈਦ ਹੋਣ ਨਾਲ ਪਰਤਾਏ ਗਏ। ਉਹ ਪਥਰਾਓ ਕੀਤੇ ਗਏ, ਆਰਿਆਂ ਨਾਲ ਚੀਰੇ ਗਏ, ਪਰਤਾਏ ਗਏ, ਤਲਵਾਰਾਂ ਨਾਲ ਵੱਢੇ ਗਏ, ਕੰਗਾਲ ਅਤੇ ਦੁਖੀ ਹੋਏ ਹੋਏ ਅਤੇ ਜਬਰੀ ਚੱਲਦੇ ਹੋਏ ਭੇਡਾਂ ਅਤੇ ਬੱਕਰੀਆਂ ਦੀਆਂ ਖੱਲੜੀਆਂ ਪਹਿਨੇ ਮਾਰੇ ਫਿਰਦੇ ਰਹੇ। ਸੰਸਾਰ ਕਿਹੋ ਜਿਹਾ ਸੀ? ਉਹ ਉਹਨਾਂ ਦੇ ਯੋਗ ਨਹੀਂ ਸੀ। ਕਿਉਂਕਿ ਪਹਿਲੇ ਚਰਚ ਦੇ ਸੰਤਾਂ ਕੋਲ ਸਦੀਪਕ ਦੁਨੀਆ ਦੀ ਆਸ ਸੀ, ਇਸ ਲਈ ਉਹਨਾਂ ਨੇ ਅਤਿਆਚਾਰਾਂ ਤੇ ਜਿੱਤ ਹਾਸਲ ਕੀਤੀ। ਇਸ ਲਈ ਸੰਸਾਰ ਉਹਨਾਂ ਦੇ ਯੋਗ ਨਹੀਂ ਸੀ। ਆਓ ਅਸੀਂ ਵਚਨ 38 ਨੂੰ ਪੜ੍ਹਨਾ ਜਾਰੀ ਰੱਖੀਏ। ਸੰਸਾਰ ਉਹਨਾਂ ਦੇ ਯੋਗ ਨਹੀਂ ਸੀ, ਉਹ ਉਜਾੜਾਂ ਤੇ ਪਹਾੜਾਂ ਅਤੇ ਗੁਫਾਂ ਅਤੇ ਧਰਤੀ ਦੀਆਂ ਖੁੰਦਰਾਂ ਵਿੱਚ ਲੁਕਦੇ ਪਏ ਫਿਰੇ। ਅਤੇ ਇਹ ਸਭੇ ਭਾਵੇਂ ਉਹਨਾਂ ਲਈ ਉਹਨਾਂ ਦੀ ਨਿਚਾਹ ਦੇ ਕਾਰਨ ਸਾਖੀ ਦਿੱਤੀ ਗਈ ਤਾਂ ਵੀ ਵਾਅਦੇ ਨੂੰ ਪ੍ਰਾਪਤ ਨਾ ਹੋਏ। ਕਿਉਂ ਜੋ ਸਾਡੇ ਲਈ ਪਰਮੇਸ਼ੁਰ ਨੇ ਹੋਰ ਵੀ ਇੱਕ ਚੰਗੀ ਗੱਲ ਪਹਿਲਾਂ ਸੋਚ ਰੱਖੀ ਸੀ, ਭਈ ਉਹ ਸਾਥੋਂ ਬਿਨਾਂ ਕਾਮਿਲ ਨਾ ਹੋਣ। ਇਸ ਯੁੱਗ ਵਿੱਚ ਅਸੀਂ ਸ਼ੁਰੂਆਤੀ ਚਰਚ ਦੇ ਸੰਤਾਂ ਦੀ ਤੁਲਨਾ ਵਿੱਚ ਜ਼ਿਆਦਾ ਆਸ਼ੀਸ਼ ਲਈ ਪਰਮੇਸ਼ਵਰ ਦੇ ਵਾਅਦੇ ਨਾਲ ਵਿਸ਼ਵਾਸ ਦੇ ਮਾਰਗ ਤੇ ਚੱਲ ਰਹੇ ਹਾਂ। ਅਸੀਂ 7 ਗੁਣਾ ਜ਼ਿਆਦਾ ਸ਼ਕਤੀਸ਼ਾਲੀ ਸੱਚਾਈ ਦੇ ਪ੍ਰਕਾਸ਼ ਨੂੰ ਪ੍ਰਾਪਤ ਕਰ ਰਹੇ ਹਾਂ। ਫਿਰ ਅਸੀਂ, ਜਿਨ੍ਹਾਂ ਕੋਲ ਸਦੀਪਕ ਕਾਲ ਦੀਆਂ ਅੱਖਾਂ ਹਨ, ਸਾਡੇ ਰਾਹ ਵਿੱਚ ਆਉਣ ਵਾਲੇ ਕਿਸੇ ਵੀ ਸਲੀਬ ਨੂੰ ਸਹਿਣ ਦੇ ਯੋਗ ਹੋਵਾਂਗੇ। ਪਤੀਰੀ ਰੋਟੀ ਦੇ ਪਰਬ ਦੁਆਰਾ ਆਓ ਅਸੀਂ ਮਸੀਹ ਦੇ ਦੁੱਖਾਂ ਬਾਰੇ ਸੋਚੀਏ ਅਤੇ ਆਪਣੇ ਆਪ ਤੋਂ ਪੁੱਛੀਏ, ਮਸੀਹ ਨੇ ਸਲੀਬ ਉੱਤੇ ਕਿਵੇਂ ਜਿੱਤ ਪ੍ਰਾਪਤ ਕੀਤੀ? ਅਸੀਂ ਸਲੀਬ ਦੇ ਦਰਦ ਤੇ ਕਿਵੇਂ ਜਿੱਤ ਪਾ ਸਕਦੇ ਹਾਂ, ਜਿਸ ਨੂੰ ਸਾਨੂੰ ਚੁੱਕਣਾ ਚਾਹੀਦਾ ਹੈ? ਸਦੀਪਕ ਕਾਲ ਤੇ ਕੇਂਦਰਿਤ ਦ੍ਰਿਸ਼ਟੀਕੋਣ ਤੋਂ ਬਿਨਾਂ ਅਸੀਂ ਸਭ ਤੋਂ ਛੋਟੀ ਸਲੀਬ ਵੀ ਨਹੀਂ ਚੁੱਕ ਸਕਦੇ। ਇਹ ਬੁੜਬੁੜਾਉਣ ਵੱਲ ਲੈ ਜਾਏਗਾ, ਜਿਵੇਂ ਮੇਰੇ ਨਾਲ ਅਜਿਹਾ ਕਿਉਂ ਹੋ ਰਿਹਾ ਹੈ ਜਦ ਕਿ ਮੈਂ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦਾ ਹਾਂ। ਹਾਲਾਂਕਿ ਸਦੀਪਕ ਕਾਲ ਦਾ ਦ੍ਰਿਸ਼ਟੀਕੋਣ ਰੱਖਣ ਵਾਲੇ ਵੱਖਰੇ ਹੁੰਦੇ ਹਨ।
ਸਾਰੇ ਲੋਕੋ, ਜੇਕਰ ਸਾਡੇ ਕੋਲ ਸਦੀਪਕ ਕਾਲ ਅੱਖਾਂ ਹਨ ਤਾਂ ਭਾਵੇਂ ਅਸੀਂ ਕਿਸੇ ਵੀ ਸਥਿਤੀ ਦਾ ਸਾਹਮਣਾ ਕਰੀਏ, ਇਹ ਕਦੇ ਵੀ ਬਦਕਿਸਮਤੀ ਦਾ ਕਾਰਨ ਨਹੀਂ ਹੋਵੇਗੀ। ਉਹ ਸਾਰੇ ਖੁਸ਼ੀ ਵੱਲ ਲੈ ਜਾਂਦੇ ਹਨ। ਉਹਨਾਂ ਰਾਹੀਂ ਅਸੀਂ ਪਰਮੇਸ਼ਵਰ ਨੂੰ ਹੋਰ ਜ਼ਿਆਦਾ ਉਤਸੁਕਤਾ ਨਾਲ ਪਾਲਣ ਦੇ ਯੋਗ ਹੁੰਦੇ ਹਾਂ ਅਤੇ ਸਾਨੂੰ ਇੱਕ ਵਾਰ ਫਿਰ ਪਰਮੇਸ਼ਵਰ ਤੋਂ ਪ੍ਰਾਰਥਨਾ ਕਰਨ ਦਾ ਮੌਕਾ ਮਿਲਦਾ ਹੈ। ਅੱਜ ਆਓ ਅਸੀਂ ਮਸੀਹ ਦੇ ਵਚਨਾਂ ਦੇ ਅਰਥ ਨੂੰ ਯਾਦ ਰੱਖੀਏ ਕਿ ਸਿਰਫ ਉਹ ਜੋ ਆਪਣੀ ਸਲੀਬ ਚੁੱਕਦੇ ਹਨ, ਉਹਨਾਂ ਦਾ ਪਾਲਣ ਕਰ ਸਕਦੇ ਹਨ। ਕਿਸੇ ਵੀ ਮੁਸ਼ਕਿਲ ਦੇ ਬਾਵਜੂਦ ਆਓ ਅਸੀਂ ਸ਼ੁਕਰਗੁਜ਼ਾਰ ਅਤੇ ਆਨੰਦ ਨਾਲ ਸਦੀਪਕ ਸਵਰਗ ਦੇ ਰਾਜ ਤੇ ਧਿਆਨ ਕੇਂਦ੍ਰਿਤ ਕਰੀਏ। ਆਓ ਅਸੀਂ ਦ੍ਰਿੜਤਾ ਨਾਲ ਪਰਮੇਸ਼ਵਰ ਦੇ ਵਚਨ ਅਨੁਸਾਰ ਜੀਵਨ ਬਿਤਾਈਏ ਤਾਂ ਜੋ ਸਾਨੂੰ ਬਚਾਉਣ ਲਈ ਸਲੀਬ ਉੱਤੇ ਪਰਮੇਸ਼ਵਰ ਦਾ ਬਲੀਦਾਨ ਸਾਰਥਕ ਹੋਵੇ। ਇਹ ਆਸ ਕਰਦੇ ਹੋਏ ਕਿ ਸੀਯੋਨ ਦੀਆਂ ਸਾਰੀਆਂ ਸੰਤਾਨਾਂ ਅਜਿਹੇ ਅਨੁਭਵਾਂ ਦੇ ਨਾਲ ਪਿਤਾ ਅਤੇ ਮਾਤਾ ਦੇ ਮਾਰਗ ਦਾ ਪਾਲਣ ਕਰਨਗੀਆਂ, ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।